ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿਨਾ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤਿਗੁਰਾਂ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਸੁੰਦਰ ਦੀਵਾਨ ਸੰਧਿਆ ਵੇਲੇ ਦੇ ਸੱਜੇ ਸੋਦਾ ਰਹਿਰਾਸ ਸਾਹਿਬ ਜੀ ਕੇ ਪਾਠ 12 ਮਾਹ ਜੀ ਕੇ ਪਾਠ ਆਰਤੀ ਆਰਤਾ ਦੇ ਕੀਰਤਨ ਹੋਏ। ਸ਼ਬਦ ਕੀਰਤਨ ਦੇ ਵਿੱਚ ਆਪ ਜੀ ਨੇ ਹਾਜ਼ਰੀ ਭਰੀ। ਪਾਵਨ ਪਵਿੱਤਰ ਕਥਾ ਵਿਚਾਰ ਦਾ ਸਮਾਂ ਹੋਇਆ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਅੱਜ ਦੀ ਕਥਾ ਵਿਚਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ 12 ਮਾਹ ਦੇ ਵਿੱਚੋਂ ਅੱਜ ਦਾ ਜੋ ਸੰਗਰਾਂਦ ਦੇ ਦਿਹਾੜੇ 'ਤੇ ਵਿਸ਼ੇਸ਼ ਉਪਦੇਸ਼ ਹੈ, ਇਸ ਪੂਰੇ ਮਹੀਨੇ ਦੇ ਬਾਬਤ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਸ ਪਾਵਨ ਉਪਦੇਸ਼ ਦੀ ਵਿਚਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਆਪ ਹੀ ਕਿਰਪਾ ਕਰੋ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕਰਕੇ ਇਹ ਪਾਵਨ ਪਵਿੱਤਰ ਵਿਚਾਰ ਆਪ ਹੀ ਕਰਾ ਲਓ। ਆਓ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ। ਸਰੀਰ ਕਰਕੇ ਹਾਜ਼ਰ ਹਾਂ, ਮਨ ਕਰਕੇ ਵੀ ਹਾਜ਼ਰ ਹੋਈਏ। ਗੁਰੂ ਪਾਸੋਂ ਸੀਸ ਲਈਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ
ਹਰ ਨਾਹੁ ਨਾ ਜਿਨਾ ਪਾਸ। ਪਾਵਨ ਬਾਣੀ 12 ਮਾਹ ਦੇ ਵਿੱਚ ਜੋ ਵਿਸ਼ਾ ਵਸਤੂ ਲਿਆ ਗਿਆ ਹੈ, ਜੀਵ ਰੂਪ ਇਸਤਰੀ ਪਤੀ ਪਰਮਾਤਮਾ। ਇਹ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦੇ ਨਾਲੋਂ ਆਪਣੇ ਕਰਮਾਂ ਕਰਕੇ ਤੇ ਆਪਣੀ ਕਿਰਤ ਕਰਕੇ ਵਿਛੜ ਚੁੱਕੀ ਹੈ। ਹੁਣ ਉਸ ਪਤੀ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ, ਉਹਦੇ ਲਈ ਯਤਨਸ਼ੀਲ ਹੈ। ਬੜੇ ਤਰ੍ਹਾਂ ਦੇ ਉਪਾਅ, ਤਰੀਕੇ, ਹੀਲੇ ਵਸੀਲੇ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਢੰਗ ਦੇ ਨਾਲ ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਇਸ ਨੂੰ ਸੰਸਾਰਕ ਉਦਾਹਰਨ ਦੇ ਨਾਲ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿ ਜਿਵੇਂ ਇੱਕ ਪਤੀ ਤੇ ਪਤਨੀ ਦਾ ਆਪਸੀ ਰਿਸ਼ਤਾ ਹੈ, ਪਿਆਰ ਦਾ ਸੰਬੰਧ ਹੈ। ਪਤੀ ਦੂਰ ਕਿਤੇ ਕਾਰੋਬਾਰ ਦੇ ਸੰਬੰਧ ਵਿੱਚ ਚਲਿਆ ਗਿਆ, ਪਿੱਛੋਂ ਪਤਨੀ ਦੀ ਵਿਛੋੜੇ ਦੇ ਵਿੱਚ ਜਿਹੜੀ ਬਿਹਬਲਤਾ ਹੈ, ਜੋ ਉਹ ਵਿਯੋਗ ਦੀ ਦ੍ਰਿਸ਼ਟੀ ਹੈ, ਉਸ ਨੂੰ ਲੈ ਕਰਕੇ ਇਸ ਪਾਵਨ ਬਾਣੀ ਨੂੰ ਪਤੀ ਪਰਮਾਤਮਾ ਤੇ ਪਤਨੀ ਜੀਵ ਰੂਪ ਇਸਤਰੀ ਆਪਾਂ ਸਾਰੇ ਹੀ ਹਾਂ ਲੈ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ। ਆਰੰਭਕ ਬੋਲ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲ ਹੋ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਧੇਨ ਦੁੱਧੈ ਤੇ ਬਾਹਰੀ ਕਿਤੇ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ। ਬੇਨਤੀ ਕੀਤੀ ਗਈ ਕਿ ਕਰਮ ਕਰਕੇ ਕਿਰਤ ਕਰਕੇ ਉਸ ਪਰਮਾਤਮਾ ਦੇ ਨਾਲੋਂ ਵਿਛੜੇ ਸਾਂ। ਹੇ ਗੁਰੂ, ਹੇ ਸਤਿਗੁਰੂ, ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੋ। ਅਸੀਂ ਟੁੱਟ ਚੁੱਕੇ ਹਾਂ, ਅਸੀਂ ਇੰਨੇ ਕੁ ਦੂਰ ਆਪਣੇ ਕਰਮਾਂ ਕਰਕੇ, ਆਪਣੇ ਔਗੁਣਾਂ ਕਰਕੇ ਹੋ ਚੁੱਕੇ ਹਾਂ। ਹੁਣ ਤੇਰੀ ਮਿਹਰਮਤ ਦੀ ਲੋੜ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ। ਰੱਖ ਹੋ ਸਰਨਾਈ। ਕਿਰਪਾ ਕਰੋ ਸਤਿਗੁਰੂ ਜੀਓ, ਸਾਨੂੰ ਸ਼ਰਨ ਆਇਆਂ ਨੂੰ ਤੁਸੀਂ ਮਹਾਰਾਜ ਜੀਓ ਰੱਖ ਸਕਦੇ ਹੋ। ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਇਹ ਲਾਜ ਤੁਸਾਂ ਨੇ ਰੱਖਣੀ ਹੈ, ਕਿਰਪਾ ਕਰਿਓ। ਇਹੋ ਹੀ ਬੇਨਤੀਆਂ ਅੱਗੇ ਅੱਗੇ ਜੀਵ ਰੂਪ ਇਸਤਰੀ ਜਿਸ ਤਰ੍ਹਾਂ ਪਤੀ ਪਰਮਾਤਮਾ ਦੇ ਨਾਲ ਇਸ ਰਾਹ 'ਤੇ ਚੱਲਦੀ ਹੈ। ਸਭ ਤੋਂ ਪਹਿਲੇ ਮਹੀਨੇ ਦੇ ਵਿੱਚ ਕਿਹਾ ਗਿਆ ਕਿ ਜੇ ਤੂੰ ਸੱਚਮੁੱਚ ਇਸ ਰਾਹ ਦੀ ਪਾਂਧੀ ਬਣਨਾ ਹੈ, ਇਸ ਰਾਹ 'ਤੇ ਚੱਲਣਾ ਹੈ, ਤੇ ਫਿਰ ਤੈਨੂੰ ਪਹਿਲਾ ਕਰਮ ਕਰਨਾ ਪਵੇਗਾ। ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਣਾ। ਤੈਨੂੰ ਉਸ ਪਰਮਾਤਮਾ ਦੀ ਅਰਾਧਨਾ ਕਰਨੀ ਪਵੇਗੀ, ਉਸ ਵਾਹਿਗੁਰੂ ਦੇ ਗੁਣ ਗਾਉਣੇ ਪੈਣਗੇ। ਇਸੇ ਤਰ੍ਹਾਂ ਫਿਰ ਜਦੋਂ ਵਾਹਿਗੁਰੂ ਦੇ ਗੁਣ ਗਾਓਗੇ, ਤੁਹਾਡੇ ਅੰਦਰ ਇੱਕ ਭੁੱਖ ਲੱਗੇਗੀ। ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਆ ਹੈ ਦੁਖ। ਉਹ ਭੁੱਖ ਐਸੀ ਹੋਵੇਗੀ, ਅਵਸਥਾ ਅੱਗੇ ਵਧੇਗੀ। ਤੇ ਫਿਰ ਵੈਸਾਖ ਧੀਰਨ ਕਿਉਂ ਵਾਡੀਆ ਜਿੰਨਾ ਪ੍ਰੇਮ ਬਿਸ਼ੋ। ਕਿਉਂਕਿ ਅੰਦਰ ਹੁਣ ਤਲਬ ਲੱਗੀ ਹੈ ਕਿ ਕਿਵੇਂ ਉਸ ਪਤੀ ਪਰਮਾਤਮਾ ਨੂੰ ਮਿਲਿਆ ਜਾਵੇ। ਹੁਣ ਉਹ ਜਿਹੜਾ ਸਮਾਂ ਹੈ ਵਿਯੋਗ ਦਾ, ਉਹ ਝੱਲਿਆ ਨਹੀਂ ਜਾ ਰਿਹਾ। ਬਿਰਹੋ ਭਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ। ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਇਸ ਤਰ੍ਹਾਂ ਦੀ ਜਿਹੜੀ ਤੜਫ ਹੁਣ ਅੰਦਰ ਸੀਨੇ ਦੇ ਵਿੱਚ ਚੀਰ ਕਰ ਰਹੀ ਹੈ, ਕਿਉਂਕਿ ਹੁਣ ਉਸ ਪਤੀ ਪਰਮਾਤਮਾ ਤੋਂ ਬਗੈਰ ਉਸ ਰਾਹ 'ਤੇ ਚੱਲ ਪਿਆ।
ਹੁਣ ਉਹੋ ਹੀ ਚੰਗਾ ਲੱਗਦਾ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੁਜੰਤੀਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਇਉਂ ਉਸ ਮਾਰਗ 'ਤੇ ਹੁਣ ਇਹ ਜੀਵ ਰੂਪ ਇਸਤਰੀ ਚੱਲ ਪਈ ਹੈ। ਇਸੇ ਤਰ੍ਹਾਂ ਅਵਸਥਾ ਅੱਗੇ ਵੱਧਦੀ ਹੈ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਜਿਸ ਦੇ ਅੱਗੇ ਕੁੱਲ ਖਲਕਤ ਕੁੱਲ ਦੁਨੀਆ ਝੁਕਦੀ ਹੈ, ਉਸ ਵਾਹਿਗੁਰੂ ਨੂੰ ਜੋਦੜੀ ਕਰ, ਉਸ ਵਾਹਿਗੁਰੂ ਨੂੰ ਨਮਸਕਾਰ ਕਰ। ਇਸੇ ਤਰ੍ਹਾਂ ਇਹ ਅਵਸਥਾ ਪੜਾਅ ਦਰ ਪੜਾਅ ਅੱਗੇ ਵੱਧਦੀ ਜਾਂਦੀ ਹੈ। ਅਤੇ ਅਖੀਰਲੇ ਬੋਲ ਫਿਰ 12 ਮਾਹ ਬਾਣੀ ਦੇ ਜਿਹੜੇ ਨੇ, ਜਿਸ ਤਰ੍ਹਾਂ ਆਖਰੀ ਮਹੀਨਾ ਹੈ ਫੱਗਣ ਦਾ ਮਹੀਨਾ ਹੈ, ਗੁਰਬਾਣੀ ਵਿੱਚ ਸ਼ਬਦ ਵਰਤਿਆ ਗਿਆ ਫਲਗੁਣ, ਉੱਥੇ ਸ਼ਬਦ ਵਰਤਿਆ ਫਲਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਆਰੰਭ ਬੋਲ ਸੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਪਹਿਲਾ ਮਹੀਨਾ ਚੇਤ ਤੋਂ ਆਰੰਭ ਹੋਇਆ, ਉੱਥੇ ਬੋਲ ਸੀ ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਘਣਾ। 12ਵਾਂ ਮਹੀਨਾ ਫੱਗਣ ਦਾ, ਜਿੱਥੇ ਪਾਤਸ਼ਾਹ ਨੇ ਬੋਲ ਲਿਖੇ ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਅਤੇ ਫਿਰ ਆਖਰੀ ਪੌੜੀ ਵਿੱਚ ਬਚਨ ਕੀਤੇ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ, ਦਰਗਹ ਸੱਚ ਖਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਧਿਆਇਆ, ਉਹਨਾਂ ਦੇ ਕਾਰਜ ਰਾਸ ਹੋ ਗਏ, ਉਹਨਾਂ ਦੇ ਕਾਰਜ ਸਫਲੇ ਹੋ ਗਏ, ਉਹ ਸੱਚੀ ਦਰਗਾਹ ਦੇ ਵਿੱਚ ਖੜੇ ਹੋ ਗਏ, ਪਤੀ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ। ਇਹ ਇਸ ਬਾਣੀ ਦਾ ਵਿਸ਼ਾ ਵਸਤੂ ਹੈ। ਕਿਸ ਤਰ੍ਹਾਂ ਟੁੱਟਿਆ ਹੋਇਆ ਜੀਵ ਜਦੋਂ ਇਸ ਰਾਹ 'ਤੇ ਪੈਂਦਾ ਹੈ, ਇਸ ਰਾਹ 'ਤੇ ਚੱਲਦਿਆਂ ਚੱਲਦਿਆਂ ਪੜਾਅ ਦਰ ਪੜਾਅ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਕਿ ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਫਿਰ ਉਹ ਆਨੰਦ ਦੀ ਅਵਸਥਾ ਉਸ ਨੂੰ ਕਿਹਾ ਗਿਆ ਹੈ। ਜੀਵ ਆਨੰਦ ਦੇ ਵਿੱਚ ਹੁੰਦਾ ਹੈ। ਸੋ ਇਸੇ ਤਰ੍ਹਾਂ ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਜੋ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਪਾਵਨ ਗੁਰਬਾਣੀ ਵਿੱਚ ਸ਼ਬਦ ਵਰਤਿਆ ਗਿਆ ਆਸਾੜ। ਇਸ ਦਾ ਵਿਦਵਾਨਾਂ ਨੇ ਬੜਾ ਸੁੰਦਰ ਅਰਥ ਕੀਤਾ ਗਿਆ। ਵਿਦਵਾਨ ਜਨ ਕਹਿੰਦੇ ਨੇ ਹਾੜ ਦੇ ਮਹੀਨੇ ਦੇ ਵਿੱਚ ਜੇਕਰ ਆਪਾਂ ਪੰਜਾਬ ਦੀ ਧਰਤੀ ਦੀ ਹਿੰਦੁਸਤਾਨ ਦੀ ਗੱਲ ਕਰੀਏ, ਗਰਮੀ ਪੈਂਦੀ ਹੈ, ਤਲਾਵਾਂ ਦੇ ਵਿੱਚੋਂ ਛੱਪੜਾਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ, ਦੂਰ ਦੂਰ ਕਿਤੇ ਪਾਣੀ ਨਜ਼ਰ ਨਹੀਂ ਆਉਂਦਾ। ਲਿਸ਼ਕਦੀ ਹੋਈ ਰੇਤਾ ਨੂੰ ਹਰਨ ਸਮਝਦੇ ਨੇ ਕਿ ਪਾਣੀ ਹੈ, ਉਹ ਦੌੜ ਕੇ ਉੱਥੇ ਪਹੁੰਚਦੇ ਨੇ, ਪਰ ਜਾ ਕੇ ਕੀ ਦੇਖਦੇ, ਪਾਣੀ ਨਹੀਂ, ਉਹ ਤੇ ਰੇਤਾ ਹੀ ਚਮਕ ਰਹੀ ਹੁੰਦੀ। ਇਸ ਨੂੰ ਸ਼ਬਦ ਵਰਤਿਆ ਗਿਆ ਮ੍ਰਿਗ ਤ੍ਰਿਸ਼ਨਾ। ਇਸੇ ਤਰ੍ਹਾਂ ਪੰਛੀ ਪਾਣੀ ਦੀ ਭਾਲ ਦੇ ਵਿੱਚ ਤੜਫਦੇ ਹੋਏ ਮਰ ਜਾਂਦੇ ਨੇ, ਬਨਸਪਤੀ ਸੜ ਜਾਂਦੀ ਹੈ। ਵਿਦਵਾਨਾਂ ਨੇ ਅਰਥ ਕੀਤਾ ਆਸਾੜ, ਸਾਰੇ ਪਾਸਿਓਂ ਸਾੜ ਆ ਰਿਹਾ ਹੈ, ਸੇਕ ਆ ਰਿਹਾ ਹੈ, ਗਰਮੀ ਆ ਰਹੀ ਹੈ। ਇਹ ਮਹੀਨਾ ਅਸਾੜ, ਹਾੜ ਦਾ ਮਹੀਨਾ। ਵੈਸੇ ਸੱਸਾ ਅਤੇ ਹਾਹਾ ਇਹ ਲਿਪੀਆਂ ਕਰਕੇ ਵੀ ਕਈ ਜਗ੍ਹਾ ਸੱਸੇ ਦਾ ਜਿਹੜਾ ਕਨਵਰਟ ਰੂਪ ਉਹ ਹਾਹੇ ਦੇ ਵਿੱਚ ਬੋਲਿਆ ਜਾਂਦਾ ਹੈ। ਜਿਸ ਤਰ੍ਹਾਂ ਮਾਝੇ ਦੇ ਇਲਾਕੇ ਦੇ ਵਿੱਚ ਬਹੁਤਾਤ ਸੱਸੇ ਨੂੰ ਹਾਹੇ ਦੇ ਵਿੱਚ ਬੋਲਿਆ ਜਾਂਦਾ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗਾ, ਹਰ ਨਾਹੋ ਨਾ ਜਿੰਨਾ ਪਾਸ। ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਵਾਲਾ ਲੱਗਦਾ ਹੈ, ਗਰਮੀ ਵਾਲਾ ਲੱਗਦਾ, ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਨਹੀਂ। ਹੁਣ ਪਾਤਸ਼ਾਹ ਨੇ ਬੜਾ ਸੁੰਦਰ ਸਾਡੇ ਲਈ ਐਗਜ਼ਾਮਪਲ ਦਿੱਤੇ ਨੇ ਗੁਰਬਾਣੀ ਦੇ ਵਿੱਚ। ਹੁਣ ਇੱਕ ਪਾਸੇ 'ਤੇ ਕਿਹਾ ਕਿ ਹਾੜ ਦਾ ਮਹੀਨਾ ਉਹਨਾਂ ਲਈ ਗਰਮੀ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਕੋਲੇ ਪਰਮਾਤਮਾ ਦਾ ਨਾਮ ਨਹੀਂ। ਅਖੀਰ ਬੋਲ ਨੇ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਹੈ, ਉਹਨਾਂ ਨੂੰ ਹਾੜ ਦਾ ਮਹੀਨਾ ਬਹੁਤ ਸੁਖਦਾਈ ਹੈ, ਕਿਉਂਕਿ ਉਹਨਾਂ ਨੂੰ ਤਾਂ ਤਪਸ਼ ਲੱਗਦੀ ਨਹੀਂ। ਪਾਵਨ ਬਾਣੀ 12 ਮਾਹ ਦੇ ਵਿੱਚੋਂ ਹੀ ਦੇਖੀਏ 2 ਮਹੀਨੇ ਜੀ, ਇੱਕ ਹਾੜ ਦਾ ਮਹੀਨਾ ਗਰਮੀ ਦਾ, ਜੇਠ ਹਾੜ 2 ਮਹੀਨੇ ਨੇ। ਇੱਕ ਮਹੀਨਾ ਠੰਡ ਦਾ ਹੈ, ਪੋਹ ਅਤੇ ਮਾਘ। ਹੁਣ ਪੋਹ ਦੇ ਮਹੀਨੇ ਦੇ ਵਿੱਚ ਕੱਕਰ ਪੈਂਦਾ ਹੈ, ਬਰਫ਼ ਪੈਂਦੀ ਹੈ, ਅਤੇ ਪਾਤਸ਼ਾਹ ਨੇ ਉੱਥੇ ਬਚਨ ਕੀ ਵਰਤੇ ਨੇ,
ਭੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਪਾਤਸ਼ਾਹ ਨੇ ਇਹ ਦੱਸਿਆ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਨੂੰ ਗਰਮੀ ਦੇ ਮਹੀਨੇ ਵਿੱਚ ਗਰਮੀ ਨਹੀਂ ਲੱਗਦੀ, ਅਤੇ ਸਿਆਲਾਂ ਦੇ ਵਿੱਚ ਭਾਵੇਂ ਬਰਫ਼ ਡਿੱਗ ਰਹੀ ਹੋਵੇ, ਉਹ ਬਰਫ਼ ਉਹ ਠੰਡ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ। ਪਾਵਨ ਗੁਰਬਾਣੀ ਦੇ ਬਚਨ, ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ। ਜਦੋਂ ਭਗਤ ਪ੍ਰਹਿਲਾਦ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਪਾਤਸ਼ਾਹ ਨੇ ਉਹ ਸਿੰਬਲ ਜਿਹੜਾ ਵਰਤਦਾ ਹੋਇਆ ਦੱਸਿਆ ਕਿ ਦੇਖੋ ਭਗਤ ਪ੍ਰਹਿਲਾਦ ਨੂੰ ਜਦੋਂ ਮਾਰਨ ਲੱਗੇ ਉਹਨਾਂ ਦੇ ਕੋਲੇ ਨਾਮ ਦੀ ਉਹ ਤਾਕਤ ਸੀ। ਜਲ ਦੇ ਵਿੱਚ ਸੁੱਟਿਆ ਗਿਆ, ਜਲ ਦੇ ਵਿੱਚੋਂ ਵੀ ਪਰਮਾਤਮਾ ਨੇ ਰੱਖਿਆ ਕੀਤੀ। ਅਗਨੀ ਵਿੱਚ ਸੁੱਟਿਆ ਗਿਆ, ਅੱਗ ਦੇ ਵਿੱਚੋਂ ਵੀ ਪਰਮਾਤਮਾ ਨੇ ਰੱਖਿਆ ਕੀਤੀ। ਜਲੇ ਨਾ ਡੁੱਬੈ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਨਾ ਪਾਣੀ ਨੇ ਡੋਬਿਆ ਅਤੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਅੱਗ ਆਦਿ ਦੇ ਨਾਲ ਭਗਤ ਪ੍ਰਹਿਲਾਦ ਦੀ ਮੌਤ ਹੋਈ, ਭਾਵ ਰੱਖਿਆ ਹੀ ਹੋਈ। ਸੋ ਇਉਂ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹਨ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿੰਨਾ ਪਾਸ। ਕਿਤੇ ਸੰਸਾਰ ਵਿੱਚ ਦੇਖੀਏ ਜਦੋਂ ਗਰਮੀ ਹਿੰਦੁਸਤਾਨ ਦੀ ਧਰਤੀ 'ਤੇ ਤਪਸ਼ ਵੱਧਦੀ ਹੈ, ਸਾਰੇ ਮਨੁੱਖ ਕਹਿੰਦੇ ਨੇ ਜੀ ਬੜੀ ਗਰਮੀ, ਬੜੀ ਗਰਮੀ, ਬੜੀ ਅੱਗ ਪੈ ਰਹੀ ਹੈ। ਪਰ ਉੱਥੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਜਿਹੜੇ ਸੰਤ ਜਨ, ਮਹਾਤਮਾ ਜਨ ਨੇ, ਉਹ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਦੇ ਮੁਖੋਂ ਕਦੀ ਵੀ ਇਸ ਤਰ੍ਹਾਂ ਦੇ ਬਚਨ ਨਹੀਂ ਨਿਕਲਦੇ ਕਿ ਬੜੀ ਗਰਮੀ ਹੈ, ਕਿਉਂਕਿ ਗਰਮੀ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਵੀ ਗਰਮੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ। ਪਾਤਸ਼ਾਹ ਦੇ ਪਾਵਨ ਬਚਨ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਤਪ ਤਪ ਖਪੈ ਬਹੁਤ ਬੇਕਾਰ। ਉਹ ਤਪ ਰਹੇ ਨੇ, ਖਰਾਬ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਅੰਦਰ ਤਪਸ਼ ਹੈ ਦਵੈਸ਼ ਦੀ, ਈਰਖਾ ਦੀ। ਜੇਕਰ ਨਾਮ ਹੋਵੇ ਅਤੇ ਨਾਮ ਦੀ ਫਿਰ ਉਹ ਠੰਡਕ ਉਹਨਾਂ ਦੇ ਅੰਦਰ ਹੋਵੇ ਅਤੇ ਫਿਰ ਉਹ ਤਪਸ਼ ਉਹਨਾਂ ਨੂੰ ਕਦੇ ਤੰਗ ਨਹੀਂ ਕਰੇਗੀ। ਮਹਾਰਾਜ ਜੀ ਕਹਿੰਦੇ ਹਾੜ ਦੇ ਮਹੀਨੇ ਦੇ ਵਿੱਚ ਇਹ ਤਪਸ਼ ਕੇਵਲ ਉਹਨਾਂ ਲਈ ਦੁਖਦਾਈ ਹੈ ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਉਹਨਾਂ ਦਾ ਫਿਰ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿਉਂ ਤਪਸ਼ ਲੱਗਦੀ ਉਹਨਾਂ ਨੂੰ, ਕਿਉਂਕਿ ਜਗ ਜੀਵਨ, ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਦੇਨਹਾਰ ਪ੍ਰਭ ਛੋੜ ਕੇ ਲੱਗ ਹਿਆਨ ਸੁਆਏ, ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਏ। ਕਹਿਣ ਲੱਗੇ ਤੈਨੂੰ ਹਲਤ ਨਾ ਸੋਭਾ, ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਇਹ ਹਾਲਾਤ ਬਣ ਜਾਣੇ ਨੇ। ਦੇਣ ਵਾਲਾ ਦਾਤਾ ਇੱਕ ਹੈ, ਉਸ ਨੂੰ ਭੁੱਲੇ ਬੈਠੇ ਹਾਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਪਰ ਸਤਿਗੁਰੂ ਜੀ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ, ਉਹਨੂੰ ਭੁਲਾ ਦਿੱਤਾ, ਉਹਨੂੰ ਦੂਰ ਕਰ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਇਹ ਹਾਲਾਤ ਬਣ ਚੁੱਕੀ ਹੈ ਮਾਨਸ ਸੰਧੀ ਆਸ। ਸਾਨੂੰ ਬੜਾ ਵੱਡਾ ਭੁਲੇਖਾ ਹੈ ਕਿ ਫਲਾਨਾ ਮਨੁੱਖ, ਫਲਾਨਾ ਰਿਸ਼ਤੇਦਾਰ, ਫਲਾਨਾ ਭਾਈ ਉਹ ਸਾਡੀ ਸਾਰ ਲਵੇਗਾ, ਅਸੀਂ ਉਹਨਾਂ ਕਰਕੇ ਸੰਸਾਰ 'ਤੇ ਹਾਂ। ਮਹਾਰਾਜ ਜੀ ਕਹਿਣ ਲੱਗੇ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦਿਓ। ਮਨੁੱਖ ਪਰਮਾਤਮਾ ਤੋਂ ਵੱਡਾ ਨਹੀਂ, ਕਿਉਂਕਿ ਵੱਡਾ ਪਰਮਾਤਮਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਕਦੀ ਮਨੁੱਖ ਨੂੰ ਰਜਾ ਨਹੀਂ ਸਕਦਾ, ਖੁਸ਼ ਨਹੀਂ ਕਰ ਸਕਦਾ। ਕੇਵਲ ਉਹ ਪਰਮਾਤਮਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਹਦੀਆਂ ਦਾਤਾਂ, ਉਹਦੇ ਭੰਡਾਰ ਬੜੇ ਵੱਡੇ ਵੱਡੇ ਨੇ, ਅਤੇ ਉਹ ਜਦੋਂ ਦਾਤਾਂ ਦੇਣ ਲੱਗਦਾ ਲੈਣ ਵਾਲੇ ਥੱਕ ਜਾਂਦੇ ਨੇ। ਪਰ ਮਨੁੱਖ ਕਿਸੇ ਨੂੰ ਕੀ ਦੇ ਸਕਦਾ ਹੈ?
ਬੜੀਆਂ ਐਗਜ਼ਾਮਪਲਾਂ ਸਾਡੇ ਸਾਹਮਣੇ ਨੇ ਇਤਿਹਾਸ ਦੇ ਵਿੱਚੋਂ, ਮਿਥਿਹਾਸ ਦੇ ਵਿੱਚੋਂ ਵੀ, ਵੱਖ-ਵੱਖ ਧਰਮਾਂ ਦੇ ਵਿੱਚੋਂ। ਪੈਗੰਬਰ ਮੂਸੇ ਦੀਆਂ ਸਾਖੀਆਂ ਨੇ ਜਿੱਥੇ ਉਹ ਕਹਿੰਦਾ ਜੀ ਮੈਂ ਦਾਤਾ ਬਣਨਾ ਹੈ। ਮਹਾਰਾਜ ਕਹਿਣ ਲੱਗੇ ਤੂੰ ਨਹੀਂ ਬਣ ਸਕਦਾ, ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ। ਸੋ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹ ਭੁਲੇਖਾ ਮਨੁੱਖ ਦੇ ਉੱਪਰ ਆਸ ਕਰਦਾ ਹੈ, ਪਰ ਮਹਾਰਾਜ ਜੀ ਕਹਿਣ ਲੱਗੇ ਮਨੁੱਖ ਦੀ ਜਿਹੜੀ ਆਸ ਹੈ, ਮਨੁੱਖ 'ਤੇ ਜਿਹੜੀ ਟੇਕ ਰੱਖਣੀ ਹੈ, ਇਹ ਝੂਠੀ ਹੈ। ਦੁਈਐ ਭਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ। ਦੁਇਐ ਦੁਚਿੱਤੀ ਦੇ ਵਿੱਚ, ਈਰਖਾ ਦੇ ਵਿੱਚ, ਚੁਗਲੀ ਨਿੰਦਿਆ ਦੇ ਵਿੱਚ। ਵਿਗੁਚੀਐ, ਵਿਗੁਚੀਐ ਦਾ ਅਰਥ ਹੈ ਖਰਾਬ ਹੋਣਾ। ਇਹ ਵਿਗਤੀ ਪਾਠ ਤੋਂ ਸ਼ਬਦ ਬਣਿਆ ਵਿਗੁਚੀ। ਵਿਗੁਚੀਐ ਕਹਿਣ ਲੱਗੇ ਚੁਗਲੀ ਨਿੰਦਿਆ ਈਰਖਾ ਆਦਿ ਜਿੰਨੇ ਭੈੜੇ ਔਗਣ ਨੇ ਉਹ ਸਾਰੇ ਇਹਦੇ ਅੰਦਰ ਨੇ। ਇਸ ਕਰਕੇ ਇਹ ਖੁਆਰ ਹੋ ਰਿਹਾ ਹੈ। ਗੱਲ ਪਈ ਸੋ ਜਮ ਕੀ ਫਾਸ। ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਇਹ ਭੈੜੀਆਂ ਅਲਾਮਤਾਂ ਦੇ ਨਾਲ ਸਨੇਹ ਕਰ ਲਿਆ ਹੈ। ਕਹਿਣ ਲੱਗੇ ਹੁਣ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਕਿਉਂਕਿ ਕਰਮ ਹੀ ਐਸਾ ਕੀਤਾ ਹੈ ਅਤੇ ਉਹਨਾਂ ਕਰਮਾਂ ਦੀ ਜਿਹੜੀ ਸਜ਼ਾ ਹੈ ਉਹ ਫਿਰ ਮਿਲੇਗੀ। ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਕੋਈ ਮਨੁੱਖ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਕਿਉਂਕਿ ਇਹ ਕਰਮਾਂ ਦੀ ਖੇਡ ਹੈ। ਕਰਮ ਕੀ ਹੈ? ਇੱਕ ਵਾਰ ਮਾਇਆ ਤੇ ਕਰਮ ਦਾ ਆਪਸੀ ਸੰਵਾਦ ਵਿਦਵਾਨਾਂ ਨੇ ਅੰਕਿਤ ਕੀਤਾ। ਮਾਇਆ ਕਹਿੰਦੀ ਮੈਂ ਵੱਡੀ ਹਾਂ, ਕਰਮ ਕਹਿੰਦੇ ਅਸੀਂ ਵੱਡੇ ਹਾਂ। ਇੱਕ ਗਰੀਬ ਲੱਕੜਹਾਰਾ ਵੇਖਿਆ, ਕਰਮ ਕਹਿਣ ਲੱਗਾ ਠੀਕ ਹੈ, ਜੇ ਤੂੰ ਵੱਡੀ ਹੈ ਤੇ ਉਹ ਸਾਹਮਣੇ ਜਿਹੜਾ ਲੱਕੜਹਾਰਾ ਹੈ ਇਹ ਗਰੀਬ ਹੈ, ਇਹਨੂੰ ਅਮੀਰ ਕਰਕੇ ਦਿਖਾ। ਉਹ ਕਹਿਣ ਲੱਗੀ ਇਹ ਗੱਲ ਹੀ ਕੋਈ ਨਹੀਂ। ਮਾਇਆ ਨੇ ਆਪਣੀ ਸ਼ਕਤੀ ਦੇ ਨਾਲ ਇੱਕ ਬੇਸ਼ਕੀਮਤੀ ਲਾਲ ਉਸ ਲੱਕੜਹਾਰੇ ਨੂੰ ਦਿੱਤਾ। ਸੋਚਿਆ ਇਸ ਦੇ ਨਾਲ ਇਹਨੂੰ ਇੰਨਾ ਕੁ ਧਨ ਮਿਲ ਜਾਏਗਾ, ਇਹਦੀ ਗਰੀਬੀ ਦੂਰ ਹੋ ਜਾਵੇਗੀ, ਇਹ ਸੁਖੀ ਹੋ ਜਾਏਗਾ। ਪਰ ਬਿਨਾਂ ਕਰਮਾਂ ਤੋਂ ਕੁਝ ਨਹੀਂ ਮਿਲਦਾ। ਉਹ ਨਦੀ ਕੰਢੇ ਜਾਂਦਾ ਹੈ, ਪਾਣੀ ਪੀਣ ਲੱਗਦਾ ਹੈ, ਲਾਲ ਉਹਦੀ ਜੇਬ 'ਚੋਂ ਡਿੱਗ ਕੇ ਨਦੀ 'ਚ ਰੁੜ ਜਾਂਦਾ ਹੈ। ਘਰ ਚਲਿਆ ਜਾਂਦਾ। ਦੂਜਾ ਦਿਨ ਹੁੰਦਾ, ਉਹ ਫੇਰ ਲੱਕੜਾਂ ਵੱਢਣ ਵਾਸਤੇ ਕੁਹਾੜਾ ਮੋਢੇ 'ਤੇ ਰੱਖਿਆ ਤੁਰਿਆ ਆਉਂਦਾ ਹੈ। ਕਰਮ ਵੇਖਦਾ ਅਤੇ ਮਾਇਆ ਨੂੰ ਕਹਿੰਦਾ ਕਿ ਤੇਰਾ ਲੱਕੜਹਾਰਾ ਹਾਲੇ ਵੀ ਗਰੀਬ ਹੈ। ਉਹ ਦੂਜੇ ਦਿਨ ਮੋਹਰਾਂ ਦਾ ਇੱਕ ਝੋਲਾ ਫੜਾਉਂਦੀ ਹੈ, ਸੋਨੇ ਦੀਆਂ ਮੋਹਰਾਂ, ਕਿ ਚੱਲ ਇਹਦੇ ਨਾਲ ਇਹਦੀ ਗਰੀਬੀ ਦੂਰ ਹੋ ਜਾਏਗੀ। ਉਹ ਘਰ ਜਾਂਦਾ, ਸੋਨੇ ਦਾ ਝੋਲਾ ਜਿਹੜਾ ਸੀ ਉਹ ਰੱਖਦਾ ਹੈ ਅਤੇ ਆਪ ਘਰ ਵਿੱਚ ਕੁਝ ਕੰਮ ਕਰਨ ਲੱਗ ਜਾਂਦਾ ਹੈ। ਗੁਆਂਢਣ ਦੇਖਦੀ ਹੈ, ਸੋਨੇ ਦੀਆਂ ਮੋਹਰਾਂ ਦਾ ਝੋਲਾ ਚੱਕ ਕੇ ਲੈ ਜਾਂਦੀ ਹੈ। ਤੀਜੇ ਦਿਨ ਫੇਰ ਆਉਂਦਾ, ਫਿਰ ਖਾਲੀ ਹੱਥ ਉਹਨੂੰ ਵੇਖਿਆ ਅਤੇ ਕਰਮਾਂ ਨੇ ਫਿਰ ਕਿਹਾ ਕਿ ਮਾਇਆ ਕਰ ਕੁਝ। ਤੀਜੇ ਦਿਨ ਮਾਇਆ ਨੇ ਇੱਕ ਸੋਨੇ ਦਾ ਹਾਰ ਦਿੱਤਾ ਬੇਸ਼ਕੀਮਤੀ। ਇਹਨੇ ਉਹ ਸੋਨੇ ਦਾ ਹਾਰ ਸੋਚਿਆ ਕਿ ਪਹਿਲੀ 2 ਵਾਰ ਮੈਂ ਆਪਣੇ ਇੰਨੇ ਕੀਮਤੀ ਪਦਾਰਥ ਗਵਾ ਚੁੱਕਿਆ। ਇਹਨੇ ਆਪਣੇ ਸਿਰ ਦੇ ਉੱਪਰ ਬੰਨ੍ਹ ਲਿਆ। ਇੱਕ ਇੱਲ ਆਈ, ਚਮਕਦਾ ਹੋਇਆ ਪਦਾਰਥ ਉਹਨੇ ਵੇਖਿਆ ਅਤੇ ਆਪਣੇ ਪੰਜਿਆਂ ਦੇ ਵਿੱਚ ਉਹਨੂੰ ਅੜਾ ਕੇ ਉਹ ਵੀ ਲੈ ਗਈ। ਮਾਇਆ ਅਤੇ ਕਰਮ ਜੋ ਸੰਵਾਦ ਕਰ ਰਹੇ ਸਨ, ਮਾਇਆ ਚੁੱਪ ਹੋਈ। ਕਰਮ ਕਹਿਣ ਲੱਗਾ ਹੁਣ ਮੈਂ ਤੈਨੂੰ ਆਪਣੀ ਕਲਾ ਦਿਖਾਉਣਾ ਕਿ ਕਰਮਾਂ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ। ਉਹ 2 ਪੈਸੇ ਲੱਕੜਹਾਰੇ ਨੂੰ ਦਿੰਦਾ ਹੈ, ਉਹਨੂੰ ਪ੍ਰੇਰਦਾ ਹੈ, ਕਿਉਂਕਿ ਕਰਮਾਂ ਦਾ ਪ੍ਰੇਰਿਆ ਹੋਇਆ ਇਹ ਮਨੁੱਖ ਸਭ ਕੁਝ ਕਰਦਾ ਹੈ। ਪਾਤਸ਼ਾਹ ਦੇ ਬਚਨ ਨੇ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਲੇਖ ਦਾ ਹੀ ਜਿਹੜਾ ਪ੍ਰੈਵੈਚੀ ਸ਼ਬਦ ਕਰਮ ਹੈ। ਹੁਣ ਕਰਮ 2 ਪੈਸੇ ਦਿੰਦਾ ਹੈ, ਲੱਕੜਹਾਰਾ ਉਹਨਾਂ 2 ਪੈਸਿਆਂ ਦੀ ਇੱਕ ਮੱਛੀ ਲੈਂਦਾ ਹੈ। ਹੁਣ
ਕਰਮਾਂ ਦਾ ਪ੍ਰੇਰਿਆ ਹੋਇਆ ਮੱਛੀ ਲੈਂਦਾ ਹੈ, ਤੇ ਪਰ ਜਿਹੜੇ ਮਛੁਆਰੇ ਨੇ ਮੱਛੀ ਵੀ ਉਹੀ ਫੜੀ ਜਿਸ ਮੱਛੀ ਨੇ ਉਹ ਲਾਲ ਆਪਣੇ ਪੇਟ ਵਿੱਚ ਨਿਗਲ ਲਿਆ ਸੀ। ਘਰੇ ਆਉਂਦਾ ਹੈ, ਮੱਛੀ ਨੂੰ ਕੱਟਦਾ ਹੈ, ਲਾਲ ਨਿਕਲਦਾ ਹੈ, ਬੜਾ ਖੁਸ਼ ਹੁੰਦਾ ਹੈ, ਉੱਚੀ ਉੱਚੀ ਰੌਲਾ ਪਾਉਂਦਾ ਹੈ ਕਿ ਗਵਾਚੀ ਹੋਈ ਵਸਤੂ ਲੱਭ ਗਈ, ਗਵਾਚੀ ਹੋਈ ਵਸਤੂ ਲੱਭ ਗਈ। ਗਵਾਂਢਣ ਦੇ ਕੰਨੀ ਆਵਾਜ਼ ਪੈਂਦੀ, ਉਹਨੂੰ ਇਉਂ ਲੱਗਦਾ ਹੈ ਕਿ ਇਹਨੂੰ ਪਤਾ ਲੱਗ ਗਿਆ ਕਿ ਇਹਦੀ ਜਿਹੜੀ ਮੋਹਰਾਂ ਦਾ ਜਿਹੜਾ ਝੋਲਾ ਸੀ, ਥੈਲੀ ਸੀ, ਉਹ ਮੈਂ ਚੱਕ ਕੇ ਲੈ ਗਈ। ਉਹ ਚੁੱਪ ਚਪੀਤੇ ਜਿਹੜੀ ਮੋਹਰਾਂ ਦੀ ਥੈਲੀ ਸੀ ਉਹ ਵੀ ਇਹਦੇ ਘਰੇ ਸੁੱਟ ਦਿੰਦੀ ਹੈ। ਇਹ ਬੜਾ ਖੁਸ਼ ਹੁੰਦਾ ਹੈ। ਹੁਣ ਉਸ ਮੱਛੀ ਨੂੰ ਪਕਾਉਣ ਵਾਸਤੇ ਪਿੱਪਲ ਦੇ ਦਰਖਤ 'ਤੇ ਚੜ੍ਹਦਾ, ਲੱਕੜਾਂ ਵੱਢਣ ਵਾਸਤੇ। ਉੱਥੋਂ ਇਹਨੂੰ ਹਾਰ ਵੀ ਲੱਭ ਜਾਂਦਾ ਹੈ। ਸੋ ਇਉਂ, ਹਾਲਾਂਕਿ ਇਹ ਕਾਲਪਨਿਕ ਹੈ, ਸਿੱਖਿਆਦਾਇਕ ਜ਼ਰੂਰ ਹੈ ਕਿ ਕਰਮਾਂ ਤੋਂ ਬਗੈਰ ਮਨੁੱਖ ਨੂੰ ਕੁਝ ਵੀ ਨਹੀਂ ਮਿਲ ਸਕਦਾ। ਜੇ ਕਰਮ ਚੰਗੇ ਨੇ ਤੇ ਫਿਰ ਮਿੱਟੀ ਵੀ ਸੋਨਾ ਬਣ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਜੋ ਕਰਮ ਨੇ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਲਿਖ ਕੇ ਭੇਜੇ ਨੇ। ਦੂਸਰੇ ਬਚਨ, ਕੁਝ ਕਰਮ ਮਨੁੱਖ ਆਪ ਕਰਦਾ ਹੈ। ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਨੇ ਬਚਨ ਲਿਖੇ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਿ ਜੇਕਰ ਤੂੰ ਕਰਮ ਹੀ ਮਾੜੇ ਕਰੇਗਾ ਤੇ ਉਹਦਾ ਫਲ ਤੂੰ ਭਾਲੇਗਾ ਕਿ ਮੈਨੂੰ ਚੰਗਾ ਫਲ ਪ੍ਰਾਪਤ ਹੋਵੇ, ਇਹ ਨਹੀਂ ਹੋ ਸਕਦਾ। ਜੇਕਰ ਜੱਟ ਨੇ ਕਿੱਕਰਾਂ ਦੇ ਬੀਜ ਬੀਜੇ ਨੇ ਤੇ ਕਿੱਕਰਾਂ ਹੀ ਉੱਗਣਗੀਆਂ, ਉੱਥੇ ਬਿਜੌਰ ਦੇਸ਼ ਦੀਆਂ ਦਾਖਾਂ ਨਹੀਂ ਹੋ ਸਕਦੀਆਂ। ਇਸ ਕਰਕੇ ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਕਰਮਾਂ ਦੀ ਖੇਤੀ ਹੈ। ਵਿਕਾਰਾਂ ਦੇ ਵਿੱਚ ਗਲਤਾਨ ਹੋਏ ਮਨੁੱਖ ਨੂੰ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਜਿਹੜੀ ਸਜ਼ਾ ਮਿਲੇਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹੋ ਹੀ ਸਮਝਾ ਰਹੇ ਨੇ, ਦੋਇ ਪਾਏ ਵਿਗੂਚੀਐ, ਗਲ ਪਈ ਸੋ ਜਮ ਕੀ ਫਾਸ। ਉਹਨਾਂ ਦੇ ਗਲਾਂ ਦੇ ਵਿੱਚ ਜਮਾਂ ਦੀ ਫਾਹੀ ਪਏਗੀ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖੇ ਆਸ। ਜਿਹਾ ਬੀਜੈ, ਜੈਸਾ ਬੀਜ ਬੀਜਣਾ ਹੈ ਉਹੋ ਹੀ ਬੀਜ ਮਨੁੱਖ ਨੂੰ ਵੱਢਣਾ ਪਵੇਗਾ। ਤੇ ਮੱਥੇ ਦੇ ਜਿਹੜੇ ਲੇਖ ਨੇ ਇਹ ਮਿਟ ਨਹੀਂ ਸਕਦੇ, ਜੋ ਧੁਰੋਂ ਦਰਗਾਹੋਂ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਕਰਕੇ ਭੇਜੇ ਹੈ। ਰੈਣ ਵਿਹਾਣੀ ਪਛੋਤਾਣੀ, ਉੱਠ ਚੱਲੀ ਗਈ ਨਿਰਾਸ। ਤੇ ਜਦੋਂ ਅਵਸਥਾ ਰੂਪੀ ਰਾਤ ਬਤੀਤ ਹੋ ਗਈ, ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸੁਵਾਰੇ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਅਵਸਥਾ ਰੂਪੀ ਰਾਤ ਜਿਹੜੀ ਘਟਦੀ ਜਾ ਰਹੀ ਹੈ, ਉਮਰ ਘਟਦੀ ਜਾ ਰਹੀ ਹੈ। ਫਿਰ ਮਨੁੱਖ ਦੇ ਪੱਲੇ ਕੇਵਲ ਪਛਚਾਤਾਪ ਹੀ ਰਹਿ ਜਾਂਦਾ ਹੈ। ਤੇ ਫਿਰ ਉੱਠ ਚੱਲੀ ਗਈ ਨਿਰਾਸ, ਕੇਵਲ ਨਿਰਾਸ਼ਤਾ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇੱਕ ਕਵਿਤਾ ਦੇ ਵਿੱਚ ਲਿਖਿਆ, ਘਰ ਵਿੱਚ ਅੱਗ ਲੱਗ ਗਈ ਤੇ ਹੁਣ ਮਨੁੱਖ ਕਵੇ ਕਿ ਮੈਂ ਖੂਹ ਪੱਟਾਂ ਤੇ ਉਹਦੇ ਵਿੱਚੋਂ ਪਾਣੀ ਕੱਢ ਕੇ ਤੇ ਫਿਰ ਮੈਂ ਜਾ ਕਰਕੇ ਇਹ ਅੱਗ ਬੁਝਾਵਾਂ। ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੋ ਸਕਦਾ। ਅਖੀਰਲੇ ਬਚਨ ਉਹਨਾਂ ਨੇ ਕਹੇ ਕਿ ਜਦੋਂ ਸਾਰੀ ਉਮਰ ਬਤੀਤ ਹੋ ਗਈ, ਬਜ਼ੁਰਗ ਅਵਸਥਾ ਆ ਗਈ, ਮੌਤ ਸਾਹਮਣੇ ਨਿਗਾਹ ਪੈ ਰਹੀ ਹੈ, ਤੇ ਉਦੋਂ ਕਵੇ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ। ਭਾਈ ਗੁਰਦਾਸ ਜੀ ਕਹਿਣ ਲੱਗੇ ਹੁਣ ਤੇ ਬਹੁਤ ਦੇਰੀ ਹੋ ਗਈ ਹੈ, ਹੁਣ ਨਹੀਂ ਜਪਿਆ ਜਾ ਸਕਦਾ, ਕਿਉਂਕਿ ਹੁਣ ਤਾਂ ਰੈਣ ਵਿਹਾਣੀ ਸਾਰੀ ਉਮਰ ਬਤੀਤ ਹੋ ਚੁੱਕੀ ਹੈ। ਹੁਣ ਕੇਵਲ ਪਛਚਾਤਾਪ ਹੈ। ਉੱਠ ਚੱਲੀ ਗਈ ਨਿਰਾਸ। ਇਉਂ ਬਹੁਤਾਤ ਜੀਵ ਜਿਹੜੇ ਨੇ ਨਿਰਾਸ਼ਾ ਦੇ ਸਹਿਤ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਜਿਨ ਕੋ ਸਾਧੂ ਭੇਟੀਐ, ਸੋ ਦਰਗਹ ਹੋਏ ਖਲਾਸ। ਪਰ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਪੂਰਨ ਸਾਧੂ ਮਹਾਤਮਾ ਦਾ ਸੰਗ ਪ੍ਰਾਪਤ ਹੋ ਗਿਆ, ਉਸ ਸੰਗ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਹੋਈ, ਉਹ ਦਰਗਾਹ ਦੇ ਵਿੱਚ ਸੱਚੇ ਖਰੇ ਹਨ, ਖਲਾਸ ਹੋ ਗਏ, ਉਹਨਾਂ ਦਾ ਕੋਈ ਲੇਖਾ ਨਹੀਂ ਰਿਹਾ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਸਤਿਗੁਰ ਜੀਓ, ਐਸੀ ਕਿਰਪਾ ਕਰੋ, ਐਸੀ ਮਿਹਰਾਮਤ ਕਰੋ, ਸਾਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ। ਦਰਸ਼ਨ ਪਿਆਸੀ ਦਿਨ ਰਾਤ,
ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ, ਤੂ ਚੋ ਸੱਜਣ ਮੈਡਿਆ, ਡੇਈ ਸਿਸ ਉਤਾਰ, ਨੈਣ ਮਿਹੰਜੇ ਤਰਸਦੇ, ਕਦ ਪੱਸੀ ਦੀਦਾਰ, ਇਉਂ ਦਰਸ਼ਨਾਂ ਦੀ ਤਾਂਗ ਹਮੇਸ਼ਾ ਬਣੀ ਰਵੇ। ਸਤਿਗੁਰੂ ਜੀਓ ਸਾਡੇ ਤੇ ਇਹ ਕਿਰਪਾ ਕਰੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਤੁਹਾਡੇ ਤੋਂ ਬਗੈਰ ਸਾਡਾ ਕੋਈ ਹੋਰ ਸਹਾਰਾ ਨਹੀਂ ਹੈ। ਤੁਸੀਂ ਹੀ ਸਾਡੇ ਸਹਾਰੇ ਹੋ। ਸਾਡੀ ਤੁਹਾਡੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਹੈ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਕਹਿਣ ਲੱਗੇ ਬੇਸ਼ੱਕ ਇਹ ਮਹੀਨਾ ਤਪਸ਼ ਵਾਲਾ ਹੈ, ਗਰਮੀ ਵਾਲਾ ਹੈ, ਪਰ ਉਹਨਾਂ ਲਈ ਇਹ ਬੜਾ ਸ਼ੋਭਨੀਕ ਸੁਹਾਵਣਾ ਹੈ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਉਹਨਾਂ ਨੂੰ ਗਰਮੀ ਨਹੀਂ ਲੱਗਦੀ, ਉਹਨਾਂ ਲਈ ਇਹ ਸੁਹਾਵਣਾ ਹੈ, ਸ਼ੋਭਨੀਕ ਹੈ, ਕਿਉਂਕਿ ਉਹ ਇੱਕ ਰਸ ਅਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਉਹਨਾਂ ਲਈ ਨਾ ਗਰਮੀ ਹੈ ਨਾ ਸਰਦੀ ਹੈ, ਉਹ ਤੇ ਇੱਕ ਰਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਭਿੱਜੇ ਰਹਿੰਦੇ ਹਨ, ਜਿਨ੍ਹਾਂ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਹੈ। ਸੋ ਇੱਥੋਂ ਤੱਕ ਅੱਜ ਦੇ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਮੂਹ ਸੰਗਤ ਨੂੰ ਇਸ ਪਾਵਨ ਹਾੜ ਦਾ ਮਹੀਨੇ ਦੀ ਜੋ ਸੰਗਰਾਂਦ ਦਾ ਦਿਹਾੜਾ ਹੈ, ਸਮੂਹ ਸੰਗਤ ਦੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਮੂਹ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਨਾਮ ਬਾਣੀ ਗੁਰਸਿੱਖੀ ਜੀਵਨ ਅੰਗ ਸੰਗ ਸਹਾਇਤਾ ਸਰਬ ਪ੍ਰਕਾਰ ਰੱਖਿਆ ਕਰਨ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ।